ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, अस्सलाम वालेकुम जी। इस वक्त ਤੁਸੀਂ ਦਰਸ਼ਨ ਦੀਦਾਰੇ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਦੇ, ਜਿੱਥੇ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਜਨਮ ਸਨ 1469 ਦੇ ਵਿੱਚ ਹੋਇਆ। ਗੁਰੂ ਨਾਨਕ ਜੀ ਮਹਾਰਾਜ ਜੀ ਦੇ ਵਾਲਿਦ ਤੇ ਵਾਲਦਾ ਦਾ ਇਹ ਰਿਹਾਇਸ਼ ਸੀ, ਘਰ ਸੀ ਉਹਨਾਂ ਦਾ। ਤੇ ਗੁਰੂ ਨਾਨਕ ਜੀ ਮਹਾਰਾਜ ਜੀ ਦੇ ਵਾਲਿਦ ਦਾ ਨਾਮ ਸੀ ਮਹਿਤਾ ਕਲਿਆਣ ਦਾਸ, ਵਾਲਦਾ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ। सन 1469 ਦੀ ਇਹ ਸਾਖੀ ਹੈ ਜਿੱਥੋਂ ਜਨਮ ਹੋਇਆ। 550 ਸਾਲ ਦਾ ਅਸੀਂ ਇਹ ਪਿਛਲੇ 2019 ਦੇ ਵਿੱਚ ਮਨਾਇਆ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਜਨਮ। ਤੇ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਜਿਹੜਾ ਸੰਸਾਰ ਦੇ ਉੱਪਰ ਯਾਤਰਾ ਸੀ ਉਹ ਸੀ ਇੱਥੋਂ ਸ਼ੁਰੂਆਤ ਹੋਈ ਸੀ। ਜ਼ਿੰਦਗੀ ਦੇ ਪਹਿਲਾ 17 ਸਾਲ ਨਨਕਾਣਾ ਸਾਹਿਬ 'ਚ ਗੁਜ਼ਾਰੇ ਨੇ। ਨਨਕਾਣਾ ਸਾਹਿਬ ਜੀ ਜਿਹੜੇ 17 ਸਾਲ ਸਨ ਉਹਦੇ ਵਿੱਚ ਜਿੰਨੀ ਵੀ ਗੁਰਦੁਆਰੇ ਤਮੀਰ ਹੋਏ ਨੇ ਔਰ ਜਿੰਨੇ ਉਹਨਾਂ ਦੀ ਯਾਦਗਾਰਾਂ ਤਮੀਰ ਹੋਈਆਂ ਨੇ ਉਹ ਸਨ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸੀ ਬਾਲੀਲਾ। ਬਾਲ ਕਹਿੰਦੇ ਨੇ ਪੰਜਾਬੀ 'ਚ ਬੱਚੇ ਨੂੰ, ਲੀਲਾ ਕਹਿੰਦੇ ਨੇ ਖੇਡ ਨੂੰ। ਜਿੱਥੇ ਖੇਡਣ ਦੀ ਜਗ੍ਹਾ 'ਤੇ ਗਏ ਗੁਰੂ ਨਾਨਕ ਜੀ ਮਹਾਰਾਜ ਜੀ, ਬਾਕੀ ਬੱਚੇ ਖੇਡ ਵਿੱਚ ਮਸਰੂਫ ਹੋ ਗਏ ਔਰ ਆਪ ਜੀ ਗੁਰੂ ਨਾਨਕ ਜੀ ਮਹਾਰਾਜ ਜੀ ਸਨ ਇਬਾਦਤ 'ਚ ਬੈਠ ਗਏ। ਆਪ ਜੀ ਦੇ ਘਰ ਚੰਦ ਦਿਨਾਂ ਦੇ ਵਿੱਚ ਹੀ ਇੱਕ ਗੱਲ ਆਈ ਫੈਲੀ ਕਿ ਗੁਰੂ ਨਾਨਕ ਜੀ ਮਹਾਰਾਜ ਸਰੀਰਕ ਤੌਰ 'ਤੇ, ਜਿਸਮਾਨੀ ਤੌਰ 'ਤੇ ਬਿਮਾਰ ਰਹਿੰਦੇ ਨੇ, ਸੋ ਇਹਨਾਂ ਦਾ ਇਲਾਜ ਕੀਤਾ ਜਾਵੇ। ਹਕੀਮ ਨੂੰ ਬੁਲਾਇਆ ਗਿਆ। ਹਕੀਮ ਜਦੋਂ ਇਸ ਘਰ ਦੇ ਵਿੱਚ ਆਏ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਜੀ ਮਹਾਰਾਜ ਦੇ ਜਦੋਂ ਬਾਂਹ ਫੜੀ ਤੇ ਹਕੀਮ ਨੇ ਆਪਣੇ ਬਿਮਾਰੀਆਂ ਦੇ ਬਜਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਿਮਾਰੀ ਦੇ ਬਜਾਏ ਆਪਣੀਆਂ ਬਿਮਾਰੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਵਾਲਦਾ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਿਮਾਰੀ ਦੱਸੋ। ਉਹਨਾਂ ਨੇ ਕਿਹਾ ਇਹਨਾਂ 'ਚ ਕੋਈ ਬਿਮਾਰੀ ਨਹੀਂ, ਬਿਮਾਰੀ ਮੇਰੇ ਅੰਦਰ ਆ। ਇਹ ਬਕਾਇਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ, ਵੈਦਾ ਵੈਦ ਸੋ ਵੈਦਗੀ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲੋ ਜਿਨ ਵਨੀਏ ਰੋਗਾ ਕਾਣ। ਇਹੋ ਜਿਹੀ ਹੈ ਦਵਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦਿਓ ਹਕੀਮ ਸਾਹਿਬ ਕਿ ਗੁਰੂ ਨਾਨਕ ਜੀ ਮਹਾਰਾਜ ਜੀ ਦੀ ਸਰੀਰਕ ਬਿਮਾਰੀ ਠੀਕ ਹੋ ਜਾਏ। ਪਰ ਉੱਥੇ ਹਕੀਮ ਨੇ ਆਪਣੀ ਬਿਮਾਰੀ ਦੱਸਣੀ ਸ਼ੁਰੂ ਕਰਤੀ ਕਿ ਨਾਨਕ ਜੀ ਜਿਹੜੇ ਨੇ ਉਹ ਠੀਕ ਨੇ, ਮੇਰੇ ਸਰੀਰ ਦੇ ਵਿੱਚ ਕਾਫੀ ਸਾਰੀ ਬਿਮਾਰੀਆਂ ਤਕਲੀਫਾਂ ਨੇ। ਇਸੇ ਤਰ੍ਹਾਂ ਗੁਰੂ ਨਾਨਕ ਜੀ ਮਹਾਰਾਜ ਜੀ ਦੇ ਜਦੋਂ ਇਸ ਕੌਤਕ 'ਚ ਨਿਕਲੇ ਤੇ ਅਗਲਾ ਜਿਹੜਾ ਸੀ ਉਹ ਸੀ ਪੱਟੀ ਸਾਹਿਬ ਗੁਰਦੁਆਰਾ ਹੈ, ਜਿੱਥੇ ਇਹਨਾਂ ਨੂੰ ਸਕੂਲ 'ਚ ਦਾਖਲ ਕੀਤਾ। ਉਹ ਤਖਤੀ ਦੇ ਉੱਪਰ ਲਿਖਿਆ ਸੀ ਊੜਾ ਊਂਠ। ਗੁਰੂ ਨਾਨਕ ਜੀ ਮਹਾਰਾਜ ਜੀ ਨੇ ਊਂਠ ਜਿਹੜਾ ਸੀ ਉਹ ਮਟੇ ਕੇ ਤੇ ਗੁਰੂ ਨਾਨਕ ਜੀ ਮਹਾਰਾਜ ਜੀ ਨੇ ਉਸ ਲਫ਼ਜ਼ ਦਾ ਨਾਂ ਲਿਖਿਆ ਜਿਹਦੇ ਵਿੱਚ ਮਤਲਬ ਸੀ ਊੜਾ ਉਪਮਾ ਤਾਕੀ ਕੀਜੈ ਜਾ ਕਾ ਅੰਤ ਨਾ ਪਾਏ। ਕਹਿੰਦਾ ਤੁਸੀਂ ਰੱਬੁਲ ਆਲਮੀਨ ਦੇ ਨਾਮ ਤੋਂ ਸ਼ੁਰੂਆਤ ਕਰ ਲਓ, ਉਹ ਕਦੀ ਖਤਮ ਨਹੀਂ ਹੋਏਗਾ। ਜਦੋਂ ਉਸਤਾਦ ਨੇ ਪੜ੍ਹਿਆ ਕਿ ਮੈਂ ਊਂਠ ਲਿਖਿਆ ਸੀ, ਇਹਨੇ ਤਾਂ ਰੱਬੁਲ ਆਲਮੀਨ ਦੀ ਤਾਰੀਫ ਲਿਖੀ, ਉਹਨੇ ਇਸ ਨੂੰ ਪੜ੍ਹਿਆ ਲਿਖਿਆ ਕਰਾਰ ਦਿੱਤਾ। ਇਹ ਤੀਸਰਾ ਪੜਾਅ ਸੀ ਗੁਰੂ ਨਾਨਕ ਜੀ ਮਹਾਰਾਜ। ਚੌਥਾ ਪੜਾਅ ਸੀ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਮਾਲਜੀ ਸਾਹਿਬ। ਜਦੋਂ ਘਰ ਦੀਆਂ ਗਾਈਆਂ ਮੱਝੀਆਂ ਗੁਰੂ ਨਾਨਕ ਜੀ ਮਹਾਰਾਜ ਜੀ ਕਿ ਤੁਸੀਂ ਇਹਨੂੰ ਚਰਾਉਣ ਵਾਸਤੇ ਲੈ ਕੇ ਜਾਓ। ਜਦੋਂ ਉੱਥੇ ਚਰਾਉਣ ਵਾਸਤੇ ਲੈ ਕੇ ਗਏ, ਆਪ ਸਰਕਾਰ ਬੈਠ ਗਏ ਇਬਾਦਤ ਦੇ ਵਿੱਚ। ਜਦੋਂ ਇਬਾਦਤ 'ਚ ਬੈਠੇ ਤੇ ਇਹਦੀ ਅੱਖ ਲੱਗੀ, ਗੁਰੂ ਨਾਨਕ ਜੀ ਮਹਾਰਾਜ ਅੱਖ ਲੱਗੀ ਤੇ ਸੂਰਜ ਦੇ ਸਮਾਏ ਚਿਹਰੇ 'ਤੇ ਸੱਪ ਨੇ ਵੇਖਿਆ, ਜਿਹੜਾ ਉਸ ਵਕਤ ਦਾ ਕੋਬਰਾ ਸੱਪ ਸੀ। ਉਹਨੇ ਜਦੋਂ ਵੇਖਿਆ ਗੁਰੂ ਨਾਨਕ ਜੀ ਮਹਾਰਾਜ ਤੇ ਸੂਰਜ ਦੇ ਸਮਾਏ ਨੇ, ਉਹਨਾਂ ਨੇ ਆਪਣਾ ਪੰਨ ਖਿਲਾਰ ਕੇ ਗੁਰੂ ਨਾਨਕ ਜੀ ਮਹਾਰਾਜ ਜੀ ਦੇ ਉੱਪਰ ਛਾਂ ਕੀਤੀ। ਇਹ ਗੁਰਦੁਆਰਾ ਹੈਗਾ ਬੈਂਕ ਬਾਜ਼ਾਰ ਵੀ ਔਰ ਗਲਾ ਮੰਡੀ ਨੂੰ ਇਹਦੇ ਵਿੱਚ ਇਹ ਪੈਂਦਾ ਹੈਗਾ। ਇਹਦਾ ਨਾਮ ਹੈ ਗੁਰਦੁਆਰਾ ਮਾਲਜੀ ਸਾਹਿਬ। ਅੱਗੇ ਜਿਹੜਾ ਗੁਰਦੁਆਰਾ ਸੀ ਗੁਰਦੁਆਰਾ ਕਿਆਰਾ ਸਾਹਿਬ। ਗੁਰਦੁਆਰਾ ਕਿਆਰਾ ਸਾਹਿਬ ਦੇ ਵਿੱਚ ਜਦੋਂ ਗੁਰੂ ਨਾਨਕ ਜੀ ਮਹਾਰਾਜ ਲੇਟ ਗਏ ਸਨ ਤੇ ਜਿਹੜੀਆਂ ਸਨ ਗਾਈਆਂ ਮੱਝਾਂ ਇਹ ਕਿਸੇ ਕਿਸਾਨ ਦੇ ਖੇਤ 'ਚ ਚਲੀਆਂ ਗਈਆਂ ਸਨ। ਉਹ ਕਿਸਾਨ ਸ਼ਾਮੀ ਆਇਆ ਕਿ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਸੋ ਮੈਨੂੰ ਇਸ ਦਾ ਨੁਕਸਾਨ ਦੇ ਦਿੱਤਾ ਜਾਵੇ। ਉਸ ਨੁਕਸਾਨ ਨੂੰ ਪੂਰਾ ਕਰਨ ਵਾਸਤੇ ਜਦੋਂ ਪੰਚਾਇਤ ਉੱਥੇ ਗਈ, ਜਦੋਂ ਵੇਖਿਆ ਤੇ ਉਹ ਖੇਤ ਜਿਹੜਾ ਸੀ ਦੂਸਰੇ ਖੇਤਾਂ ਨਾਲੋਂ ਦੁੱਗਣੀ ਤਿਗਣੀ ਸੀ। ਸੋ ਗੁਰੂ ਨਾਨਕ ਜੀ ਮਹਾਰਾਜ ਜੀ ਦੇ ਜਦੋਂ ਰਾਏ ਬੁਲਾਰ ਅਹਿਮਦ ਖਾਨ ਬੱਟੀ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਜੀ ਮਹਾਰਾਜ ਜੀ ਕੋਲ ਐਸੇ ਕੰਮ ਨਾ ਕਰਵਾਓ, ਸੋ ਐਸੇ ਕੰਮ ਨਾ ਕਰੋ। ਜਦੋਂ ਉਹ ਕੰਮ ਕਰਵਾਉਣ ਲੱਗੇ ਤਾਂ ਉਸ ਕੰਮ ਕਰਵਾਉਣ ਦੇ ਹੋਇਆ ਉਹਦੇ ਵਿੱਚ ਮਤਲਬ ਕਿ ਇਹਨਾਂ ਨੂੰ ਕਿਹਾ ਕਿ ਤੁਸੀਂ 20 ਰੁਪਏ ਦਿੱਤੇ ਵਾਲਦ ਸਾਹਿਬ ਨੂੰ ਕਿ ਦੇਖੋ ਕੋਈ ਅੱਛਾ ਕਾਰੋਬਾਰ ਕਰਵਾਓ। ਉਸ ਕਾਰੋਬਾਰ ਦੇ ਵਿੱਚ ਗੁਰੂ ਨਾਨਕ ਜੀ ਮਹਾਰਾਜ ਜੀ 20 ਰੁਪਏ ਲੈ ਕੇ ਚੂਰਕਾਣਾ ਸ਼ਹਿਰ ਚਲੇ ਗਏ। ਚੂਰਕਾਣਾ ਦੇ ਵਿੱਚ ਇੱਕ ਟਿੱਬੀ ਦੇ ਉੱਪਰ ਜਾ ਕੇ ਜਿਹੜੇ ਸਾਧੂ ਫਕੀਰ ਲੋਕ ਬੈਠੇ ਸਨ ਉਹਨਾਂ ਨਾਲ ਜਾ ਕੇ ਬੈਠੇ ਤੇ ਉਹ ਇਬਾਦਤ ਕਰ ਰਹੇ ਸਨ। ਇਬਾਦਤ ਕਰਦੇ ਕਰਦੇ ਉਹਨਾਂ ਦੀ ਜਿਹੜੀ ਮਤਲਬ ਪਤਾ ਚੱਲਿਆ ਕਿ ਕਾਫੀ ਦਿਨਾਂ ਤੋਂ ਮਤਲਬ ਇਹਨਾਂ ਨੇ ਲੰਗਰ ਨਹੀਂ ਛਕਿਆ। ਉਸ 20 ਰੁਪਏ ਦਾ ਰਾਸ਼ਨ ਲੈ ਕੇ ਗੁਰੂ ਨਾਨਕ ਜੀ ਮਹਾਰਾਜ ਜੀ ਨੇ ਲੰਗਰ ਸ਼ੁਰੂ ਕੀਤਾ। ਅੱਜ ਦੁਨੀਆ ਭਰ ਦੇ ਵਿੱਚ ਕਿਧਰੇ ਵੀ ਚਲੇ ਜਾਓ ਆਪ ਜੀ ਨੂੰ ਲੰਗਰ ਜਿਹੜਾ ਮਿਲੇਗਾ ਉਹ ਫ੍ਰੀ ਮਿਲੇਗਾ ਔਰ ਲੰਗਰ ਖਾਣੇ ਦੇ ਉੱਪਰ ਲਿਖਿਆ ਹੋਏਗਾ ਕਿ ਇੱਥੇ ਜਾਤ ਨਾ ਪੁੱਛੇ ਕੋਈ, ਇਸ ਜਗ੍ਹਾ 'ਤੇ ਕੋਈ ਜ਼ਾਤ ਪਾਤ ਨਾ ਪੁੱਛੇ। ਸਗਲੇ ਜੀ ਤੁਮਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ। हे परवरदिगार सारे जी तेरे ने, तू सारे ਨੂੰ पैदा ਕੀਤਾ, मैं किनू बुरा ते मैं किनू चंगा कमा, क्योंकि सारे तेरी ही औलाद ने, सारे तेरे ही बच्चे ने। अवल अल्लाह नूर उपाया कुदरत के सब बंदे, एक नूर ते सब जग उपजया, कौन भले कौन मंदे। मैं किसनू की कह सकता क्योंकि सारी तेरी ही औलाद है, तेरी ही पैदा की हुई है।
ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜੇ 17 ਸਾਲ ਸਨ ਇਹ ਨਨਕਾਣਾ ਸਾਹਿਬ ਦੇ ਧਰਤੀ ਤੇ ਗੁਜ਼ਰੇ, ਤੇ ਜਿਹੜੇ 35 ਸਾਲ ਸਨ ਦੁਨੀਆ ਦੇ ਉੱਪਰ ਸਫ਼ਰ ਕੀਤਾ ਹੈ। ਸਫ਼ਰ ਦੇ ਵਿੱਚ ਬੰਗਲਾਦੇਸ਼, ईरान, इराक, अफगानिस्तान, सऊदी अरब ये सारे शामिल ने जिथे गुरु नानक जी महाराज गए। इस तरह मक्के शरीफ भी गए। आखिरी जो पड़ाव से गुरु नानक जी महाराज जी का जो 18 साल जिथे गुजारे वो करतारपुर साहब नारोवाल से जिथे उन्होंने अपनी जिंदगी के आखिरी 18 साल गुजारे और 3 हुक्म जारी किए। सब तो पहला नाम जपो, जिक्र करो खुदा दा, किरत कमाई करो, रिज़्क़ हलाल पैदा करो, वंड के छको, तकसीम करके खाओ, इसनूं जमा ना करो। सो गुरु नानक जी सब तो पहला चौहवर ना को दे उपदेश, नानक उस पंडित को सदा आदेश। सिख मजहब के मुताबिक सारिਆਂ ਨੂੰ ਇੱਕ ਉਪਦੇਸ਼ ਦੇਣਾ ਹੈ, ਇੱਕ ਅੱਲਾ ਦਾ ਦੇਣਾ ਹੈਗਾ। ਕਿਸੇ ਨੂੰ ਛੋਟਾ ਵੱਡਾ ਸਾਬਤ ਨਹੀਂ ਕਰਨਾ ਹੈਗਾ। ਅਰਬੀ ਨੂੰ, ਹਿੰਦੀ ਨੂੰ, ਇੰਗਲਿਸ਼ ਨੂੰ, ਗੁਰਮੁਖੀ ਨੂੰ ਕਿਸੇ ਨੂੰ ਵੱਡਾ ਕਰਕੇ ਨਹੀਂ ਜਾਣਨਾ ਹੈਗਾ। ਸਭ ਉਸ ਦੇ ਜ਼ਬਾਨ ਨੇ ਔਰ ਉਸ ਨੂੰ ਉਸ ਦੇ ਵਿੱਚ ਯਾਦ ਕੀਤਾ ਜਾਂਦਾ ਹੈਗਾ। 4 ਦਰਵਾਜ਼ੇ ਨੇ, ਇੱਥੇ ਹਰ ਇੱਕ ਆ ਸਕਦਾ ਹੈਗਾ। ਇੱਥੇ ਕਿਸੇ ਦੀ ਕੋਈ ਜਾਗੀਰ ਨਹੀਂ। ਜਿਹੜਾ ਜਿੱਥੇ ਬੈਠ ਗਿਆ ਉੱਥੇ ਬੈਠ ਗਿਆ। कोई किसी वास्ते उठेगा नहीं। गरीब बैठ गया, अमीर बैठ गया, ये सब का साझा घर है, किसी एक का काले का घर नहीं है। सब वास्ते है। गुरु नानक जी का पैगाम जिन्हें दुनिया के उपर पैगंबर आए ने, मैं कहांगा कि सब ने तो पैगाम सारिਆਂ ਨੂੰ ਦਿੱਤਾ, लेकिन आगे आने वाले लोगों ने उसका गलत जिहड़ा सी नज़रिया बनाया और अपने अपने दुकानां चलाइयां कि मेरे कोल तुसीं आओ। क्योंकि गुरु नानक के घर दे विच किसी सिर के उपर हाथ नहीं रख सकते, सब तो वड्डी गुनाह। उस तो बाद तुसी आटा, चीनी, नमक, पानी, तागा, तवीज़ नहीं कर सकते गुरु नानक के घर बैठ के। तुसी कहोगे एक ही चीज़, अगर मुसलमानों को दुरूद शरीफ पढ़ो, अगर सिख है कि दुखबनी साहब का पाठ करो। अगर बहुती गल हुई तो तुसी खड़े होकर वो खातर हाथ जोड़ के परवरदिगार दे के गुरु ग्रंथ साहब दे अगे तुसी उहदे वास्ते एक अरदास कर दुआ कर सकते हो कि इस बंदे को कोई भी भुल चुक हो गई, परवरदिगार उसकी माफ़ी दे के इन्हूं तंदुरुस्ती बख्श दो। और इस गुरु ग्रंथ साहब दे विच 36 बुजुर्गों का कलाम शामिल है। गुरु ग्रंथ साहब दे विच बाबा फरीद गंज शक्कर, बाबा फरीद, इस तरह अलावा गुरु ग्रंथ साहब महाराज जी विच 15 भगत ने टोटल। और भगतां ने जो भी इबादत की है, भगतां ने जो भी पैगाम दिता है, वो सब का पैगाम एक ही है। पैगाम किसी का वखरा नहीं है। लेकिन अजीब गल इत्थे है कि सब ने अपने दरवाजे खोल देते। गुरु नानक के दरवाजे या मुहम्मद साहब के दरवाजे, ये यसु मसीह के दरवाजे या कृष्ण भगवान के दरवाजे बंद करने की कोशिश ये लोग कर रहे हैं। अपने दरवाजे खोलने की कोशिश कर रहे हैं। अपनियां फोटोआं, अपनियां हस्तियां बनाना चाहते हैं, उसकी गल नहीं करना चाहते। अगर उसकी गल करन तो मेरा ख्याल है किसी की कबर नहीं बनेगी, किसी की मतलब निशानी नहीं बनेगी। हुण 550 साल हो गए गुरु नानक साहब महाराज जी के इस संसार से आए हुए। किसी की तुहानूं इस जगह की यादगार नहीं मिलेगी, किसी ग्रंथी की नहीं मिलेगी। मेरे तो अलावा 550 साल कितने ग्रंथी गुजरे गए होंगे, लेकिन किसी की यादगार जन्म स्थान के किसी की कबर या कोई निशानी नहीं बनी हुई। उसकी वजह यही है कि गुरु नानक साहब केवल ही है जिन्होंने ये भगती की है और है। इस तो अलावा किसी का नाम भी एडा नहीं है कि कोई कर सके उसकी तरह काम। बुरे काम को ऊट खलोया, नाम की बेला पै पै सोया। बाणी या कलाम है कि बुरे काम वास्ते असीं सारे उठ खलोने हैं, पर जदों उस परवरदिगार दे यादगारी दा, उस परवरदिगार दे याद करन दा वेला आ जाना, असीं उस टाइम ते सौ जाने हैं, उस टाइम ते अखां बंद कर लेने हैं। सो जदों पंजाब दे उपर अंग्रेज़ां दा कब्जा होया, जिथों आमदन आनी सी, सच गल ते यह है आमदन खाण वास्ते वो कब्जा होया सी। पर उस दे विच जिहड़े बंदे बैठे सन उन्होंने इस चीज़ नूं इस तरीके नाल कवर करने की कोशिश की कि वो इत्थों दे मौलवी भी बन गए, गुंडे मौलवी भी बन गए। क्योंकि मौलवी या पादरी या ग्रंथी या पुजारी उन्होंने रखना चाहिए सी, वो ना रख करके गुरु ग्रंथ साहब महाराज जी ने बंद रखा तो आप इत्थे बैठ गए, आए गए ना ज्यादतियाँ आए गए नूं खिच खिचाओ किए। सो इस करके गुरु नानक जी महाराज जी के इस दर के उत्ते 19 फरवरी 1921 के 200 सिंघां का जत्था आया, जिन्होंने अपने आप का मतलब खून का अपने आप का टोटे टोटे करवाए, जिंदा साड़े गए, लेकिन उन्होंने इस जन्म स्थान के उत्ते किसी उपर हाथ नहीं चुकया। सो ये बहुत वड्डी गल सी उस समय की। सो उन्हों की यादगार भी इस स्थान से बनया होया है जो 200 सिंह शहीद हुए सन। और उन्होंने एक यह दृश्य बनी हुई है कि उन्होंने उस वक्त जालमां ने किस तरीके नाल किहड़े हथियार इस्तेमाल करके उन्होंने बेदर्दी नाल शहीद किया गया। दुनिया के 5 दरख्त बड़े मशहूर ने, पिपल, बोड़, वंड, जंड, बेरी। इन्हां दरख्तां दी बड़ी मतलब उम्र हुंदी है तो इन्हां दी लकड़ किसी काम की नहीं, किसी काम की नहीं, मतलब इस तो कोई फर्नीचर नहीं बन सकता और ना ही इन्हां दा कोई कलम मिल सकता। तुसीं जाओगे ना कि कलम दे दिओ, कलम भी नहीं मिलेगा।
ਕੁਦਰਤੀ ਤੌਰ ਤੇ ਜ਼ਮੀਨ 'ਚ ਉਗਦਾ ਹੈਗਾ ਔਰ ਬੜੀ ਉਮਰ ਪਾਉਂਦਾ ਹੈਗਾ ਔਰ ਇਹਨਾਂ ਦੀਆਂ ਛਾਵਾਂ ਔਰ ਇਹਨਾਂ ਦੀਆਂ ਮਤਲਬ ਉਮਰ ਬਹੁਤ ਜ਼ਿਆਦਾ ਹੁੰਦੀ ਹੈ। ਪਿੱਪਲ ਦੇ ਪੱਤੇ ਦੇ ਅੱਜ ਵੀ ਤੁਸੀਂ ਦਰਬਾਰ ਸਾਹਿਬ ਹਿੰਦੁਸਤਾਨ 'ਚ ਚਲੇ ਜਾਓਗੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਵੀ ਤੁਹਾਨੂੰ ਕੌਲੀਆਂ ਉਹਦੀਆਂ ਪੱਤੇ ਦੀਆਂ ਮਿਲਣਗੀਆਂ। ਜਿਹੜਾ ਬੋੜ ਦਾ ਪੱਤਾ ਸੀ, ਬੋੜ ਦਾ ਪੱਤਾ ਕਾਫੀ ਚੌੜਾ ਹੁੰਦਾ, ਉਹਦੇ ਉੱਪਰ ਉਸ ਸਮੇਂ ਦੇ ਵਿੱਚ 3-3 ਪੱਤੇ ਰੱਖ ਕੇ ਉੱਪਰ ਲੰਗਰ ਵੀ ਦਿੱਤਾ ਜਾਂਦਾ ਸੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਬੜੇ ਮਹੱਤਵਪੂਰਨ ਹੋਏ ਨੇ ਔਰ ਇਹਨਾਂ ਦੀ ਬੜੀ ਉਮਰਾਂ ਹੋਈਆਂ ਨੇ। ਇਹਦੇ ਮੁਤਾਬਕ ਜਿਹੜਾ ਅਸੀਂ ਸੁਣਦੇ ਪਏ ਕਿ 1984 ਦੇ ਉੱਪਰ ਜਦੋਂ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਪਰ, ਤੇ ਉਸ ਸਮੇਂ ਤੇ ਜਦੋਂ ਹਿੰਦੂਆਂ ਨੇ ਉੱਥੇ ਜ਼ੁਲਮ ਕੀਤਾ, ਇਹ ਦਰਖਤ 'ਚੋਂ ਖੂਨ ਵਗਦਾ ਰਿਹਾ, ਖੂਨ ਦੀਆਂ ਤਾਰਾਂ ਨਿਕਲਦੀਆਂ ਰਹੀਆਂ, ਤੇ ਜਿਹੜਾ ਸੀ ਗੁੰਮਤ ਉਸ ਦਾ ਗੁਰੂ ਘਰ ਦਾ, ਉਹ ਇਸ ਤਰ੍ਹਾਂ ਢੇਰੀ ਹੋ ਗਿਆ ਸੀ ਕਿ ਜਿਵੇਂ ਕਿਸੇ ਨੂੰ ਪਤਾ ਹੀ ਨਹੀਂ। ਮਤਲਬ ਕਿ ਉਹਦਾ ਥੱਲੇ ਛੱਤ ਨੂੰ ਇੱਕ ਪੈਸੇ ਦਾ ਨੁਕਸਾਨ ਨਹੀਂ ਪਹੁੰਚਿਆ ਉਸਦਾ। ਔਰ ਵਜ਼ਨ ਤੁਸੀਂ ਕਹਿ ਲਓ ਕਿ ਇਹਦੇ ਉੱਪਰ ਟਰੱਕਾਂ ਦੇ ਹਿਸਾਬ ਨਾਲ ਬਜਰੀ ਲੱਗਦੀ ਹੈ, ਸੀਮਟ ਲੱਗਦਾ ਹੈਗਾ, ਕੋਈ ਥੋੜਾ ਕੰਮ ਨਹੀਂ ਹੁੰਦਾ, ਲੇਕਿਨ ਉਸਦਾ ਕਿਸੇ ਨੂੰ ਪਤਾ ਨਹੀਂ ਲੱਗਾ। ਇੱਕ ਜ਼ੁਲਮ ਦੀ ਜਿਹੜੀ ਸੀ ਉਹ ਇੰਤਹਾ ਸੀ ਦਰਬਾਰ ਸਾਹਿਬ ਦੇ ਉੱਪਰ, ਕਿਉਂਕਿ ਨਿਹੱਤੇ ਨੂੰ ਮਾਰਨਾ। ਹੁਣ ਤੁਸੀਂ ਜੇ ਇੱਥੇ ਆਏ ਹੋ, ਤੁਹਾਡਾ ਤਾਂ ਕਸੂਰ ਨਹੀਂ ਹੈ ਕਿ ਅਗਰ ਹੁਣ ਗੋਲੀਆਂ ਚਲਾਉਣ ਅਗਲੇ ਤੇ ਫਿਰ ਤੁਸੀਂ ਤੇ ਬੇਕਸੂਰੇ ਹੋ ਨਾ। ਚਲੋ ਅਗਰ 78 ਸਿੰਘਾਂ ਨਾਲ ਉਹਨਾਂ ਨੇ ਲੜਨਾ ਸੀ ਤਾਂ ਲੜ ਲੈਂਦੇ, ਫੜ ਲੈਂਦੇ, ਕੋਈ ਢੀ ਗੱਲ ਤਾਂ ਕੋਈ ਨਹੀਂ ਸੀ। ਲੇਕਿਨ ਉਹਨਾਂ ਨੇ ਉਹ ਕੰਮ ਹੀ ਐਸਾ ਕਰਨਾ ਸੀ ਕਿ ਸਿੱਖ ਯਾਦ ਕਰਨ, ਪਰ ਉਹਨਾਂ ਨੇ ਕਿੱਦਾਂ ਪਤਾ ਸੀ ਕਿ ਸਿੱਖ ਪਹਿਲਾ ਕੰਮ ਕਰਦੇ ਨੇ ਕਿ ਜਦੋਂ ਕਰਦਾ ਉਹ ਇਤਿਹਾਸ ਬਣ ਜਾਂਦਾ ਹੈਗਾ। ਉਹ ਇੰਦਰਾ ਗਾਂਧੀ ਤੇ ਦੂਸਰੇ ਮਾਰ ਮੁਰ ਕੇ ਤੇ ਇਤਿਹਾਸ ਬਣ ਗਿਆ। ਮੈਂ ਪਹਿਲੇ ਵੀ ਦੱਸਿਆ ਕਿ ਉਹਨਾਂ ਨਾਲ ਬੇਇੰਤਹਾ ਜ਼ਿਆਦਾ ਬਦਸਲੂਕੀ ਕੀਤੀ ਗਈ ਕਿ ਉਹਨਾਂ ਨੂੰ ਟੋਕਿਆਂ ਨਾਲ, ਤਲਵਾਰਾਂ ਨਾਲ, ਤਬਰਚਿਆਂ ਨਾਲ ਉਹਨਾਂ ਨੂੰ ਕੱਟਿਆ ਗਿਆ ਤੇ ਉਹਨਾਂ ਨੂੰ ਮਤਲਬ ਜ਼ੁਲਮ ਕੀਤਾ ਗਿਆ ਉਹਨਾਂ ਨਾਲ, ਤਲਵਾਰਾਂ ਨਾਲ, ਬੰਦੂਕਾਂ ਨਾਲ। ਤੇ ਜਿਹੜਾ ਸੀ ਉਹਨਾਂ ਦਾ ਲੀਡਰ ਲਛਮਣ ਸਿੰਘ, ਉਸ ਨੂੰ ਇਸ ਜੰਡ ਦੇ ਨਾਲ ਬੰਨ ਕੇ ਜ਼ਿੰਦਾ ਵੀ ਜਲਾਇਆ ਗਿਆ। ਸੋ ਇਹ ਸਾਰੇ ਜਿੰਨੇ ਵੀ ਜ਼ੁਲਮ ਕੀਤੇ ਸਨ ਉਸ ਵਕਤ ਦੇ ਜਿੰਨੇ ਵੀ ਸ਼ਹੀਦ ਸਨ, ਉਹਨਾਂ ਸ਼ਹੀਦਾਂ ਸਾਰਿਆਂ ਨੂੰ ਇਸ ਅਸਥਾਨ ਤੇ ਲਿਆ ਕੇ, ਕਿਉਂਕਿ ਅਸੀਂ ਜਲਾਉਂਦੇ ਹੁੰਦੇ ਹਾਂ, ਤੇ ਉਹ ਸਾਰਿਆਂ ਦਾ ਸੰਸਕਾਰ ਕਰਕੇ ਇਸ ਅਸਥਾਨ ਨੂੰ ਉਹਨਾਂ ਦੀ ਯਾਦ ਦੇ ਵਿੱਚ ਤਿਆਰ ਕੀਤਾ ਗਿਆ। ਇਹਨਾਂ ਦਾ ਹੁਣ ਇਸ ਵੇਲੇ 100 ਸਾਲ ਵੀ ਪੂਰੇ ਹੋਣ ਵਾਲੇ ਨੇ। 19 ਫਰਵਰੀ 1921 ਦੇ ਵਿੱਚ 100 ਸਾਲ ਦੇ ਪੂਰੇ ਹੋਣਗੇ। ਸੋ ਕੋਸ਼ਿਸ਼ ਹੈ ਕਿ ਨੈਕਸਟ ਟਾਈਮ ਅਗਰ ਤੁਸੀਂ ਆਓ, ਅਗਰ ਗੁਰੂ ਨਾਨਕ ਸਾਡੇ ਕੋਲ ਰਾਜ਼ੀ ਹੋਵੇ, ਸਾਡੇ ਸਿੱਖਾਂ ਕੋਲੋਂ ਰਾਜ਼ੀ ਹੋਵੇ, ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਰਾਜ਼ੀ ਹੋਣਾ ਵੀ ਬੜਾ ਜ਼ਰੂਰੀ ਹੈ। ਤੇ ਹੋ ਸਕਦਾ ਕਿ ਅਸੀਂ 4-5 ਮਹੀਨਿਆਂ ਦੇ ਅੰਦਰ ਇਸ ਨੂੰ ਆਲੀਸ਼ਾਨ ਬਿਲਡਿੰਗ ਦੇ ਤੌਰ ਦੇ ਵਿੱਚ ਇਸ ਨੂੰ ਪੇਸ਼ ਕਰੀਏ ਸਿੱਖ ਕੌਮ ਨੂੰ। ਅਸਲ ਦੇ ਵਿੱਚ ਅਨਮੋਲ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ, ਅਨਮੋਲ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ। ਤੇ ਗੁਰੂ ਘਰ 'ਚ ਕੋਈ ਵੀ ਚੀਜ਼ ਲੱਗੇ, ਉਹ ਅਗਰ ਬਤਾ ਦਿੱਤਾ ਗਿਆ ਨਾ, ਦੱਸ ਦਿੱਤਾ ਗਿਆ ਕਿ 5 ਕਿਲੋ 10 ਕਿਲੋ, ਤੇ ਹੋ ਸਕਦਾ ਮਾੜਾ ਬੰਦੇ ਵੀ ਆਣ ਕੇ ਦੱਸੇ ਕਿ 10 ਕਿਲੋ ਤੋਂ ਉੱਪਰ ਮੇਰੇ ਕੋਲ ਪਿਆ ਵਾ, ਤੇ ਉਹ ਜਿਹੜੀ ਦਿੱਤੀ ਗਈ ਅਨਮੋਲ ਆ ਨਾ, ਉਹ ਬੇਗੈਰ ਕੀਮਤ ਹੋ ਜਾਂਦੀ ਹੈ, ਉਹ ਅਨਮੋਲ ਫਿਰ ਨਹੀਂ ਰਹਿੰਦੀ। ਇਸ ਕਰਕੇ ਇਹਦੀ ਕੀਮਤ ਪੂਰਾ ਸਿੱਖ ਕੌਮ ਆਪਣੇ ਘਰ ਬਾਰ ਕੀਮਤ ਸਾਰਾ ਕੁਝ ਵੇਚ ਕੇ ਨਾ, ਸਾਰਾ ਕੁਝ ਵੇਚ ਕੇ ਇਸ ਦੀ ਕੀਮਤ ਨਹੀਂ ਲਗਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ ਜੀ। ਜੋ ਪੈਗਾਮ ਦੁਨੀਆ ਭਰ ਦੇ ਵਿੱਚ ਨੌਜਵਾਨ ਨਸਲ ਵਾਸਤੇ ਆ, ਉਹ ਮੈਂ ਕਹਾਂਗਾ ਕਿ ਅੱਜ ਦੇ ਦੌਰ ਦੇ ਉੱਤੇ, ਅੱਜ ਦੀ ਦੁਨੀਆ ਦੇ ਉੱਪਰ ਜੋ ਗੁਰੂ ਨਾਨਕ ਜੀ ਮਹਾਰਾਜ ਜੀ ਦੇ 5ਵੇਂ ਗੁਰੂ ਨੇ ਕੈਸੀ ਕਿ ਚੌਹਵਰ ਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਦੇਸ। ਮੈਂ ਇਹ ਕਹਾਂਗਾ ਜਿੰਨੀਆਂ ਗੌਰਮੈਂਟਾਂ ਨੇ ਉਹਨਾਂ ਨੂੰ ਵੀ, ਤੇ ਜਿਹੜੀ ਨਵੀਂ ਨਸਲ ਆ ਉਹਨਾਂ ਨੂੰ ਵੀ, ਕਿ ਮੌਲਵੀ, ਪਾਦਰੀ, ਗ੍ਰੰਥੀ, ਪੁਜਾਰੀ ਪੜ੍ਹੇ ਲਿਖੇ ਰੱਖੋ, ਔਰ ਇਹਦੇ 'ਚ ਇੱਕ ਚੀਜ਼ ਐਡ ਕਰੋ ਕਿ ਜਿੰਨੀ ਵੀ ਹੈ ਨਾ, ਉਹ ਸਾਰੇ ਰੱਖਣ ਆਪਣਾ ਤਾਲੀਮੀ ਮਿਆਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਵੀ, ਗੁਰਮੁਖੀ ਵੀ ਪੜ੍ਹਿਆ ਹੋਵੇ, ਅਰਬੀ ਵੀ ਪੜ੍ਹਿਆ ਹੋਵੇ, ਇੰਗਲਿਸ਼ ਵੀ ਪੜ੍ਹਿਆ ਹੋਵੇ, ਤੇ ਨਾਲ ਹੀ ਹਿੰਦੀ ਪੜ੍ਹਿਆ ਹੋਵੇ। ਮੈਂ ਫਿਰ ਦੇਖਦਾ ਕਿ ਕੌਣ ਰੱਬ ਨੂੰ ਗਾਲਾਂ ਕੱਢਦਾ ਹੈਗਾ, ਫਿਰ ਮੈਂ ਫਿਰ ਦੇਖਦਾ, ਕਿਉਂਕਿ ਦੁੱਧ, ਦੂਧ, ਹਾਲੀ, ਮਿਲਕ, ਸ਼ੁੱਧ, ਪੇ, ਖੀਰ, ਸ਼ੀਰ ਇਹ ਤਾਂ ਸਾਰੇ ਪੀ ਲੈਂਦੇ ਨੇ, ਪਰ ਅੱਲਾਹੂ, ਵਾਹਿਗੁਰੂ, ਰਾਮ, ਗੋਡ, ਵਾਹਿਗੁਰੂ, ਪਰਮਾਤਮਾ ਕੋਈ ਨਹੀਂ ਕਹਿੰਦਾ ਹੈਗਾ। ਇਸ ਦੇ ਕਹਿਣ ਨਾਲ ਯਾਰ ਮੈਂ ਤਾਂ ਇਹ ਕਹਾਂਗਾ ਕਿ ਕਿਸੇ ਨੇ ਹਲੀਬ ਕਰਕੇ ਦੁੱਧ ਪੀਤਾ ਹੋਵੇ, ਬਾਕੀ 3 ਕੌਮਾਂ ਨੇ, ਤੇ ਉਹਨੂੰ ਸਾਰੀ ਰਾਤ ਨੀਂਦਰ ਨਾ ਆਈ ਹੋਵੇ, ਉਹ ਗਿਆ ਹੋਏ ਹਸਪਤਾਲ 'ਚ ਉਹਦਾ ਆਪਰੇਸ਼ਨ ਕੀਤਾ ਹੋਵੇ, ਤੇ ਦੁੱਧ ਵਿੱਚ ਜੰਮ ਗਿਆ ਹੋਵੇ ਕਿ ਤੂੰ ਹਲੀਬ ਕਰਕੇ ਪੀਤਾ ਸੀ ਕਰਕੇ ਤੇਰੇ ਅੰਦਰ ਇਹ ਬਣ ਗਿਆ ਵਾ। ਕਦੀ ਇਸ ਤਰ੍ਹਾਂ ਨਹੀਂ ਹੋਇਆ। ਅਸੀਂ ਸਿਰਫ ਔਰ ਸਿਰਫ ਏਕਤਾ, ਇਤਫਾਕ ਸਿਰਫ ਰੱਬ ਦੇ ਨਾਮ ਅਸੀਂ ਕੀਤਾ ਕਿ ਅਸੀਂ ਸਿਰਫ ਰੱਬ ਦੇ ਨਹੀਂ ਬਣਨਾ ਹੈਗਾ, ਬਾਕੀ ਸਾਰਿਆਂ ਦੇ ਬਣ ਸਕਦੇ ਹਾਂ। ਸੋ ਮੈਂ ਸਾਰੀ ਨਵੀਂ ਜਨਰੇਸ਼ਨ ਨੂੰ ਇਹ ਬੇਨਤੀ ਕਰਦਾ, ਗੁਜ਼ਾਰਿਸ਼ ਕਰਦਾ ਕਿ ਤੁਸੀਂ ਇਹਨੂੰ ਪੰਡਤ ਮਸਜਿਦ ਦੇ ਵਿੱਚ ਜਾਂ ਗ੍ਰੰਥੀ, ਪੁਜਾਰੀ ਜਿੰਨੀ ਵੀ ਰੱਖੋ, ਉਹ ਚਾਰੇ ਜ਼ਬਾਨ ਪੜ੍ਹੇ ਹੋਣ। ਔਰ ਗੌਰਮੈਂਟਾਂ ਨੂੰ ਵੀ, ਅਗਰ ਗੌਰਮੈਂਟ ਕਹਿੰਦੇ ਨੇ ਕਿ ਨਫ਼ਰਤਾਂ ਖਤਮ ਹੋ ਜਾਣ, ਮੁਲਕ ਸਾਰੇ ਸ਼ਾਂਤੀ 'ਚ ਰਹਿਣ, ਇਹ ਇੱਕ ਦਿਨ ਇਹਨਾਂ ਨੂੰ ਕਰਨਾ ਹੀ ਪੈਣਾ। ਇਹ ਗ੍ਰੰਥੀਆਂ ਨੂੰ, ਪਾਦਰੀਆਂ ਨੂੰ, ਪੁਜਾਰੀਆਂ ਨੂੰ 16ਵੇਂ ਸਿਗਲ 'ਚ ਰੱਖਣਾ ਹੀ ਪੈਣਾ। ਰੱਖਣਗੇ ਤਾਂ ਸਿਗਲ ਤੋਂ ਡਰਨਗੇ, ਫਿਰ ਕੋਈ ਫਤਵੇ ਨਹੀਂ ਜਾਰੇ ਹੋਣਗੇ, ਫਿਰ ਕੋਈ ਗਲਤ ਕੰਮ ਨਹੀਂ ਹੋਏਗਾ, ਸਭ ਨੂੰ ਆਪਣਾ ਡਰ, ਸਭ ਅੰਡਰ ਕੰਟਰੋਲ ਹੋਣਗੇ। ਸੋ ਮੈਂ ਸਾਰੀ ਕੌਮ ਨੂੰ, ਫਿਰ ਇਸ ਦੇ ਵਿੱਚ ਮੈਂ ਇੱਕ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ, ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਲਾਜ਼ਮੀ ਪੜ੍ਹਾਓ। ਅਸੀਂ ਪਾਕਿਸਤਾਨ 'ਚ ਬੈਠੇ 5:30 ਵਜੇ ਸਾਡੇ ਕੋਲ ਬੱਚੇ ਪੜ੍ਹਨ ਆਉਂਦੇ ਨੇ,
ਤੁਸੀਂ ਤਾਂ ਆਲੀਸ਼ਾਨ ਮੁਲਕਾਂ 'ਚ ਬੈਠੇ ਹੋ, ਤੁਹਾਡੇ ਕੋਲ ਤਾਂ ਬੜੇ ਬੜੇ ਵੱਡੇ ਕੰਮ ਹੈਗੇ ਨੇ, ਤਾਂ ਤੁਸੀਂ ਲੰਗਰਾਂ ਦੇ ਬਜਾਏ ਤੁਸੀਂ ਆਪਣੇ ਨਵੇਂ ਜਨਰੇਸ਼ਨ ਤੇ ਜਿਹੜੀ ਹੈ ਉਹਨੂੰ ਗੁਰਮੁਖੀ ਪੜਾਓ। ਜਿਹੜੇ ਸਾਡੇ ਕੋਲ ਇੱਥੇ ਪਾਕਿਸਤਾਨ 'ਚ ਆਉਂਦੇ ਨੇ ਗੁਰਮੁਖੀ ਪੜ੍ਹੇ ਹੀ ਨਹੀਂ ਹੁੰਦੇ, ਉਹਨਾਂ ਨੂੰ ਗੁਰਮੁਖੀ ਪੜ੍ਹਨੀ ਹੀ ਨਹੀਂ ਆਉਂਦੀ। ਸਭ ਤੋਂ ਵੱਡਾ ਨੁਕਸਾਨ ਪੰਥ ਕੌਮ ਦਾ ਇਹ ਹੋ ਰਿਹਾ ਹੈ। ਸੋ ਮੈਂ ਸਾਰੀ ਕੌਮ ਨੂੰ, ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ, ਗੁਜ਼ਾਰਿਸ਼ ਕਰਾਂਗਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸੱਚੀ ਗੱਲ ਦੱਸੋ, ਸੱਚੇ ਮਾਰਗ ਦਾ ਰਸਤਾ ਦੱਸੋ। ਕਿਉਂਕਿ ਦੇਖੋ ਅਸੀਂ ਜਦੋਂ ਕਹਿੰਦੇ ਹਾਂ ਨਾ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਿੱਚ ਰੱਖ ਕੇ, ਸਰਬੱਤ ਦਾ ਭਲੇ ਦਾ ਮਤਲਬ ਹੈਗਾ ਕੁਲ ਦਾ ਭਲਾ ਤੇ ਕੁਲ ਦੀ ਖੈਰ। ਮੁਸਲਮਾਨ ਕਹਿੰਦੇ ਕੁਲ ਦਾ ਭਲਾ ਕੁਲ ਦੀ ਖੈਰ। ਜਦੋਂ ਕਾਬੇ ਨੂੰ ਸਾਹਮਣੇ ਰੱਖ ਕੇ ਵਿੱਚ ਕਿਹਾ ਫਿਰ ਕਿਸ ਦਾ ਨੁਕਸਾਨ ਕਰੋਗੇ, ਕਾਬਾ ਤੁਹਾਨੂੰ ਨਹੀਂ ਪੁੱਛੇਗਾ, ਕਾਬਾ ਤੁਹਾਡੇ ਦਰਮਿਆਨ ਚੋਂ ਨਿਕਲੇਗਾ ਨਹੀਂ ਦੁਬਾਰਾ, ਫਿਰ ਤੁਸੀਂ ਉਹਦੇ ਬੇਸ਼ੱਕ ਤੁਸੀਂ ਉਹਦੇ ਨਾਲ ਮੂੰਹ ਕਰੋ ਲੇਕਿਨ ਫਿਰ ਤੁਹਾਡਾ ਕੁਝ ਨਹੀਂ ਕਰੇਗਾ। ਸੋ ਮੈਂ ਗੁਜ਼ਾਰਿਸ਼ ਕਰਦਾ ਜੋ ਪੜ੍ਹਦੇ ਹੋ ਉਹਦੇ ਉੱਪਰ ਅਮਲ ਵੀ ਕਰੋ। ਇਹ ਸਿਰਫ ਨਹੀਂ ਪੜ੍ਹਨ ਵਾਸਤੇ ਨਹੀਂ, ਮਾफ़ ਕਰਨਾ, ਪੜ੍ਹ ਪੜ੍ਹ ਗੱਡੀ ਲਦੀਏ, ਪੜ੍ਹ ਪੜ੍ਹ ਪਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ। ਪੜ੍ਹਾਈ ਦੇ ਨਾਲ ਲਿਖਣ ਦੇ ਨਾਲ ਤੁਸੀਂ ਪੜ੍ਹੀ ਜਾਓ, ਲਿਖੀ ਜਾਓ, ਗੱਡੀਆਂ ਭਰੀਆਂ ਜਾਣਗੀਆਂ, ਲੇਕਿਨ ਉਹਦਾ ਅਸਰ ਤਾਂ ਹੋਣਾ ਹੈਗਾ ਜਦੋਂ ਅਸੀਂ ਉਹਦੇ ਉੱਪਰ ਅਮਲ ਕਰੀਏ, ਵਰਨਾ ਗੱਡੀਆਂ ਭਰੀ ਜਾਓ, ਲਿਖੀ ਜਾਓ, ਪੜ੍ਹੀ ਜਾਓ, ਕੁਝ ਨਹੀਂ ਉਹਦਾ ਹੋਏਗਾ। ਸੋ ਉਦੋਂ ਹੀ ਹੋਏਗਾ ਜਦੋਂ ਸਾਡਾ ਅਮਲ ਕਾਇਮ ਹੋਏਗਾ।